अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਦੋਸਤੋ। ਬੈਕ ਸਾਈਡ ਤੇ ਮਕਈ ਨੂੰ ਹੱਥ ਲੱਗਿਆ ਹੋਇਆ ਜਨਾਬ, ਤੇ ਸੈਲਜ ਵਾਲੇ ਦੋਸਤ ਹੈਗੇ ਨੇ, ਉਹ ਵੱਢ ਕੇ ਲਿਜਾ ਰਹੇ ਨੇ ਤੇ ਮਾਲਕ ਨਾਲ ਗੱਲ ਕਰਨੇ ਵੀ ਉਸਨੇ ਇਸ ਨੂੰ ਪਕਾਇਆ ਕਿਉਂ ਨਹੀਂ ਹੈਗਾ ਤੇ ਕਿੰਨੇ ਦਾ ਕਿੱਲਾ ਉਹਨੇ ਵੇਚਿਆ, ਨਾਲ ਹੀ ਪੂਰੀ ਤਫਸੀਲ ਲੈਣੇ ਜਨਾਬ। ਤੇ ਆਓ ਚਲੀਏ ਮੌਕੇ ਤੇ। ਕਜ਼ਨ ਮੇਰਾ ਆ ਗਿਆ ਜੀ ਮੌਕੇ ਤੇ, ਮਾਸ਼ਾਅੱਲਾ। ਇੱਥੇ ਗੱਲ ਕਰ ਲੈਨੇ। अस्सलाम वालेकुम ज़फर खान। वालेकुम। ਕੀ ਹਾਲ ਚਾਲ ਹੈ? अल्लाह दा करम। ज़फर खान, ਮਕਈ ਆਪਾਂ ਵੇਚ ਦਿੱਤੀ ਹੈ, ਇਹ ਮੈਨੂੰ ਦੱਸੋ ਇਹਨੂੰ ਪਕਾਇਆ ਕਿਉਂ ਨਹੀਂ? ਇਹ ਨਾ ਇੱਕ ਤਾਂ ਸਮੋਕ ਦੀ ਵਜ੍ਹਾ ਤੋਂ ਨਾ ਉੱਤੋਂ ਛਲੀਆਂ ਖਾਲੀ ਆਈਆਂ ਨੇ ਰਹਿ ਗਈਆਂ ਨੇ। ਅੱਛਾ, ਦਾਣਾ ਨਹੀਂ ਪਿਆ? ਦਾਣਾ ਨੇ ਪਿਆ ਵੀ ਕ੍ਰਾਸਿੰਗ ਦਾ ਅਮਲ ਆ, ਉੱਤੋਂ ਸਮੋਕ ਪੈ ਗਈ। ਅੱਛਾ, ਉਹਦੇ ਨਾਲ ਉਹ ਉੱਤੋਂ ਖਾਲੀ ਰਹਿ ਗਈਆਂ। ਠੀਕ ਹੋ ਇਹਦੀ ਗਿਆ। ਵਜ੍ਹਾ ਤੋਂ ਆਪਾਂ ਪਕਾਈਏ ਆਏ ਤੇ ਇਹਨਾਂ ਕੋਈ ਹਿਸਾਬ ਕਿਤਾਬ ਹੋਵੇ ਆ ਵੀ ਜਿਹੜਾ ਨਾ ਮਤਲਬ ਨੁਕਸਾਨ ਹੋਇਆ, ਫਾਇਦਾ ਕੋਈ ਨਹੀਂ ਹੋਣਾ। ਫਾਇਦਾ ਕੋਈ ਮਜ਼ੀਦ ਮਹੀਨਾ ਲੱਗ ਜਾਵੇ ਆ ਪਕਾਉਂਦਿਆਂ ਪਕਾਉਂਦਿਆਂ ਨੂੰ, ਲੱਗ ਜਾਣਾ। 2 ਮਹੀਨੇ ਲੱਗ ਜਾਣੇ ਆ। ਹਾਂ, ਠੰਡ ਵੀ ਪੈ ਸਕਦੀ ਹੈ, ਤੇ ਕੋਹਰਾ ਪੈ ਸਕਦਾ ਉੱਤੋਂ ਕੋਰਾ ਪੈ ਜਾਂ ਧੁੰਦ ਜਾਵੇ ਪੈ ਤੇ ਸਕਦੀ ਹੈ। ਸ਼ੁਰੂ ਹੋ ਜਾਵੇ। ਅੱਛਾ, ਤੇ ਮੁੜ ਦਾਣਾ ਛਿੱਕ ਜਾਵੇ। ਠੀਕ ਹੈ। ਇਹ ਹੁਣ ਮੈਨੂੰ ਦੱਸੋ ਵੀ ਇਹ ਕਿੰਨੇ ਕਿੱਲੇ ਆਪਾਂ ਮਤਲਬ ਵੀ ਸੇਲ ਕੀਤੇ ਨੇ? ਇਹ 5 ਕਿੱਲੇ। 5 ਕਿੱਲੇ। ਹਾਂਜੀ। ਤੇ ਕਿੰਨੇ ਦਾ ਕਿੱਲਾ ਵੇਚਿਆ ਹੈ? 1,58,000। 1,58,000 ਦਾ। ਮੇਰਾ ਖਿਆਲ ਹੈ ਵੀ ਪਿਛਲੇ ਸਾਲ ਦਾ ਤਜਰਬਾ ਮੈਂ ਵੀ ਹਾਸਲ ਕੀਤਾ ਸੀ, ਤੇ ਮੈਂ 2 ਕਿੱਲੇ ਇਵੇਂ ਪਕਾਈ ਸੀ, ਉਹ 1,10,000 ਦੀ ਹੋਈ ਸੀ। 55,000 ਦਾ ਕਿੱਲਾ ਖਾਲੀ ਮਿਲਣਾ ਸੀ। ਇਹ ਪਿਛਲੀ ਵਾਰ ਨਾ ਵੀ ਇਹ ਤਕਰੀਬਨ 95,000 ਨੂੰ ਵੇਚੀ ਹੈ ਮੈਂ 2 ਕਿੱਲੇ। ਅੱਛਾ, ਫੀ ਕਿੱਲਾ 95 ਨੂੰ? 95,000 ਨੂੰ। ਤੇ ਉਹਦੀ ਵਜ੍ਹਾ ਹੈ ਪਿਛਲੀ ਵਾਰ ਮਾਰਕੀਟ 'ਚ ਮੱਕੀ ਦਾ ਰੇਟ ਆ 800 ਤੋਂ 1200 ਪਿਛਲੀ ਸਰਦੀਆਂ 'ਚ ਨਾ ਜੀ। ਪਕਾਵੀਂ ਮਕਈ ਦਾ? ਪਕਾਵੀਂ ਮਕਈ ਦਾ ਦਾਣੇ ਦਾ ਰੇਟ ਆ 800 ਤੋਂ 1200 ਐਂਡ ਆ। ਠੀਕ ਹੈ। ਤੇ ਉਹ ਇਸ ਵਜ੍ਹਾ ਤੋਂ ਮਾਰਕੀਟ ਵਿੱਚ ਰੇਟ ਮਕਈ ਦਾ ਡਾਊਨ ਹੋ ਗਿਆ, ਵੀ ਜਿਹੜੀ ਪੱਠਿਆਂ ਵਾਲੀ ਵੀ ਆ, ਸੈਲਜ ਦਾ ਵੀ ਡਾਊਨ ਹੋ ਗਿਆ। ਤੇ ਹੁਣ ਮਕਈ ਦਾ ਮਾਰਕੀਟ ਚ ਹੋਇਆ ਖੜਾ ਅਪ। ਹਾਲਾਂਕਿ ਜ਼ਿਮੀਂਦਾਰਾਂ ਦੀ ਤੇ ਮਕਈ ਉੱਤੇ ਗਈ ਵੀ ਨਹੀਂ। ਫਾਇਦਾ ਤਾਂ ਪਕਾਉਣ ਵਿੱਚ ਵੀ ਜਿਹੜਾ ਹੁਣ ਰੇਟ ਚੱਲਦਾ ਪਿਆ ਨਾ, ਉਹ ਫਾਇਦਾ ਤਾਂ ਪਕਾਉਣ ਵਿੱਚ। ਤੇ ਲੇਕਿਨ ਇਹ ਐਸਰੀ ਨਾ ਵੀ ਇੱਕ ਤਾਂ ਉਹ ਹਾਈਬ੍ਰਿਡ ਵਗੈਰਾ ਨਾ ਹੋਏ, ਉਸ ਟਾਈਮ ਬਾਰਿਸ਼ਾਂ ਦੀ ਵਜ੍ਹਾ ਤੋਂ ਖੁਦਾ ਦੇ ਲੇਟ ਲੱਗੀ। ਸਹੀ। ਉਹ ਜਿਸ ਲੇਟ ਲੱਗੀ ਤੇ ਉਤੋਂ ਜਿਲੇ ਦਾ ਪੋਲੀਨੇਸ਼ਨ ਦਾ ਅਮਲ ਆਇਆ, ਉਹਲੇ ਸਮੋਕ ਪੈ ਗਈ। ਉਹਦੇ ਨਾਲ ਉਹ ਛੱਲੀ ਜਿਹੜੀ ਹੈ ਨਾ ਵੱਧੀ ਕੋ ਹੈ। ਠੀਕ ਹੈ। ਮਤਲਬ ਵੀ ਤੁਹਾਡਾ ਕਹਿਣ ਦਾ ਮਕਸਦ ਹੈ ਵੀ ਪਕਾਉਣ ਨਾਲ ਬਿਹਤਰ ਹੈ ਆਪਾਂ ਨੂੰ ਇਹ ਕੰਮ। ਠੀਕ ਹੈ। ਪਕਾਈਏ ਤਾਂ ਰੇਟ ਦਾ ਵੀ ਪਤਾ ਵੀ ਕੋਈ ਨਹੀਂ ਨਾ, ਮਾਰਕੀਟ ਕਿਸੇ ਵਕਤ ਵੀ ਕ੍ਰੈਸ਼ ਕਰ ਸਕਦੀ ਹੈ। ਹਾਂ, ਇਹ ਤਸੱਲੀ ਨਹੀਂ ਹੈਗੀ, ਕਿਉਂਕਿ ਖਾਦ ਤੇਲ ਕਦੀ ਨਹੀਂ ਕ੍ਰੈਸ਼ ਕਰਦਾ, ਸਿਰਫ ਜ਼ਮੀਂਦਾਰ ਦੀਆਂ ਫਸਲਾਂ ਹੀ ਕ੍ਰੈਸ਼ ਕਰਦੀਆਂ ਨੇ। ਆਪਾਂ ਨੂੰ ਪਤਾ ਹੈ ਵੀ ਫਰਜ਼ ਕਰੋ ਵੀ ਜਿਹੜੇ ਡੀਏਪੀ ਦਾ ਵਕਤ ਆਇਆ, ਉਹਲੇ 500,000 ਉਹਨਾਂ ਵਧਣਾ ਹੈ, ਮਹਿੰਗੀ ਹੋ ਜਾਣਾ। ਆਪਾਂ ਨੂੰ ਪਹਿਲੇ ਤੋਂ ਇਲਮ ਹੈ, ਕਿਉਂਕਿ ਤਕਰੀਬਨ ਹੁਣ 8-10 ਸਾਲਾਂ ਦਾ ਤਾਂ ਮੇਰਾ ਵੀ ਇਹ ਤਜਰਬਾ ਹੈ ਵੀ ਇਹਦੇ ਬੜਾਈ ਮੈਨੂੰ ਇਹਦੇ ਵਾਈ ਵਾਲੇ ਕੰਮ ਵਿੱਚ ਆਇਆ ਤੇ ਇਹ ਪਤਾ ਹੈ ਬੁੱਲੇ ਜਿੱਲੇ ਡੀਏਪੀ ਤੋਂ ਆਪਾਂ ਵੇਲੇ ਯੂਰੀਆ ਦਾ ਟਾਈਮ ਆਇਆ, ਉਹਲੇ 100-200 ਯੂਰੀਆ ਵਧਣੀ ਹੈ। ਮਤਲਬ ਯਾਰ ਹਰ ਸ਼ੈ ਉਹਨਾਂ ਦੀ ਵਧਣੀ ਹੈ, ਆਪਣੀ ਕੋਈ ਸ਼ੈ ਜਾਣੀ ਹੈ ਬਈ। ਉਹਲੇ ਹੁਣ ਜਿਵੇਂ ਫਰਜ਼ ਕਰੋ ਵੀ ਹੁਣ ਆਲੂ ਹੀ ਹੈ, ਕੱਚੀ ਪਟਾਈ ਹੁੰਦੀ ਪਈ ਹੈ। ਹਾਂ, ਉਹ ਜੀ ਸ਼ੁਰੂ ਹੋਈ ਹੈ 11,000 ਤੋਂ। 11,000 ਬੋਰੀ ਤੋਂ? ਬੋਰੀ ਤੋਂ। ਠੀਕ ਹੈ। ਹੁਣ ਉਹ ਦਿਨਾਂ ਨਾਲ ਨਹੀਂ ਘੰਟਿਆਂ ਨਾਲ ਥੱਲੇ ਆ ਰਹੀ ਹੈ। ਹੁਣ ਕਿੱਥੇ ਪਹੁੰਚ ਗਈ ਹੈ? ਹੁਣ ਆ ਗਏ 7,000। 7,000 ਤੇ ਅਜੇ ਆਪਣੇ ਮਨੇ ਮੇਰਾ ਖਿਆਲ ਹੈ ਵੀ ਆਪਾਂ ਹੁਣ ਪੂਰਾ ਇਲਾਕਾ ਮਤਲਬ ਕਿਸੇ ਦੀ ਵੀ ਕੋਈ ਜਿਵੇਂ ਹੁਣ ਮੇਰੀ ਮੱਕੀ ਚੌਂਦੀ ਪਈ, ਹਰ ਇੱਕ ਨੂੰ ਪਤਾ ਵੀ ਚੌਂਦੀ ਪਈ। ਮਤਲਬ ਹਾਲੀ ਪਟਾਈ ਸ਼ੁਰੂ ਕੋਈ ਨਹੀਂ ਆਪਣੇ ਪਾਸੇ? ਕੋਈ ਨਹੀਂ ਹੋਈ। ਤੇ ਜਦੋਂ ਸ਼ੁਰੂ ਹੋਣੀ ਉਦੋਂ 5,000 ਹੋ ਜਾਣੀ ਹੈ। ਉਦੋਂ ਆਜ ਜਿਹੜਾ ਹੈ 2,500 3,000 ਤੇ ਜਾਣੀ ਹੈ। ਜਦੋਂ ਸਾਰਿਆਂ ਦੇ ਪੱਟੇ ਗਏ, ਜਿੱਲੇ ਸਾਰਿਆਂ ਦੇ ਸੀਜ਼ਨ ਹੋਣਾ ਫੁੱਲ, ਉਹਲੇ ਉਹਨਾਂ ਮਹੀਨਾ 2 ਮਹੀਨੇ ਉਹਨਾਂ 2,500 3,000 ਚਲਾਉਣਾ ਹੈ ਵੀ ਯਾਰ ਨਾ ਇਹਨਾਂ ਦੇ ਤਾਂ ਵੇਚਣੇ ਐਨ ਖਰਚਿਆਂ ਨੂੰ ਮੈਨੇਜ ਕਰਨ ਵਾਸਤੇ, ਲੇਬਰਾਂ ਨੂੰ ਅਗਾ ਮੱਕੀ ਲਾਉਣ ਵਾਸਤੇ। ਸਹੀ। ਅੱਛਾ, ਇਹ ਮੈਨੂੰ ਦੱਸੋ ਵੀ ਇਹ ਟੀਮ ਕਿੱਥੋਂ ਦੀ ਆਈ ਹੋਈ ਹੈ ਜਿਹੜੀ ਲਿਜਾ ਰਹੀ ਹੈ? ਇਹ ਲਾਹੌਰ ਦੀ ਹੈ ਪਾਰਟੀ ਕੋਈ, ਤੇ ਆ ਲੇਬਰ ਜਿਹੜੀ ਇਹ ਗਾਜੀਪੁਰੇ ਚ। ਅੱਛਾ, ਲੇਬਰ ਆਪਣੇ ਇਲਾਕੇ ਦੀ ਹੈ ਤੇ ਪਾਰਟੀ ਲਾਹੌਰ ਦੀ ਹੈ। ਤੇ ਮੈਂ ਗਿਆ ਕਸੂਰ ਹੈ ਤੇ ਰਸਤੇ 'ਚ ਜਗ੍ਹਾ ਤੇ ਸੈਲਜ ਬਣਦੇ ਪਿਆ ਤੇ ਪੈਕਿੰਗ ਹੋ ਰਹੀ ਸੀ, ਤੇ ਮਕਈ ਵੀ ਇੰਨੀ ਕੋਈ ਚੱਜ ਦੀ ਨਹੀਂ ਆਈ। ਤੇ ਮੇਰਾ ਤਾਂ ਖਿਆਲ ਹੈ ਵੀ ਅਸਲ ਪੈਸਾ ਤਾਂ ਉਹ ਕਮਾਉਂਦੇ, ਮੈਨੂੰ ਆਪਾਂ ਨੂੰ ਤਾਂ ਬਸ 1,58 ਜੀ ਆਪਾਂ ਖੁਸ਼ ਹਾਂ, ਇਹਦੇ 'ਚ ਆਪਣਾ ਖਰਚਾ ਵੀ ਹੈ, ਠੇਕਾ ਵੀ ਹੈ। ਅਸਲ ਪਤਾ ਕੀ ਹੈ ਜੀ, ਇਹ ਹੁਣ ਜਿਵੇਂ ਵੀ ਕੱਚੇ ਬੰਨੂ ਸੁਣੀ ਦਾ ਹੁਣ 40,000 ਰੁਪਇਆ ਤਾਂ ਤਕਰੀਬਨ ਹੈ ਇੱਕ ਟਰਾਲੇ ਮੰਗਰੂ ਲੇਬਰ ਦਾ। ਅੱਛਾ, ਲੇਬਰ ਦਾ ਇਹਨਾਂ ਇੱਕ ਟਰਾਲੇ 'ਚ ਕਿੰਨੇ ਕਿੱਲੇ ਪੈ ਜਾਂਦੀ ਹੈ? 1.5 ਕਿੱਲਾ ਤੱਕ। 1.5 ਕਿੱਲਾ ਮਤਲਬ 30,000 ਕਰ ਲਓ। 1,58 ਦੇ ਵਿੱਚ 30 ਪਾ ਲਓ ਤੇ ਇੱਕ ਬਣ ਗਿਆ ਜਨਾਬ 88। ਤੇ ਮੁੜ
ਤਕਰੀਬਨ ਅਗਰ ਲਾਓ ਤਕਰੀਬਨ। ਜਾਵਣ ਨਾ ਜੀ ਹਾਂਜੀ, ਤੇ ਇਹ ਟਰਾਲੇ ਦਾ ਕਿਰਾਇਆ ਹੈ 80000 ਰੁਪਏ। ਲੇਕਿਨ ਫਿਰ ਵੀ ਕੁਛ ਨਾ ਕੁਛ ਤਾਂ ਉੱਥੇ ਲਾਜ਼ਮੀ ਬਚਦਾ ਹੋਣਾ ਹੈ ਉਹਨਾਂ ਨੂੰ। ਨਹੀਂ ਮੈਂ ਗੱਲ ਪੇ ਕਰਨਾ ਹਾਂ। ਵੀ ਇਹ ਜਿਹੜਾ ਲੈਂਦਾ ਹੈ ਉਹਦੇ ਨਹੀਂ ਚੀਜ਼ਾਂ ਅੱਛਾ, ਵੀ ਉਹ ਪੈਸੇ ਪੇ ਕਰਦਾ ਪਿਆ, ਹਾਂ ਠੀਕ ਹੈ। ਜਿਹੜਾ ਇੱਥੋਂ ਲੈਂਦਾ ਪਿਆ। ਹਾਂ, ਇਸ ਤੋਂ ਬਾਅਦ ਉਹਨੇ ਉੱਥੇ ਜਾ ਦੇਣਾ ਹੈ ਵਜ਼ਨ ਦੇ ਹਿਸਾਬ। ਵਜ਼ਨ ਦੇ ਹਿਸਾਬ ਨਾਲ। ਉੱਥੇ ਮੇਰਾ ਖਿਆਲ ਵਜ਼ਨ ਜਿਹੜਾ ਹੈ ਸੈਲਜ ਦਾ ਉਹ 850 ਕੇ 800 ਰੁਪਏ ਹੈ ਮਣ ਦਾ। ਮਣ ਦਾ। ਤੇ ਇੱਕ ਕਿੱਲਾ ਜਿਵੇਂ ਆਪਣਾ ਮੱਕੀ ਦਾ ਵੱਢਿਆ ਪਿਆ ਹੈ, ਹਾਂਜੀ ਇਹ ਕਿੰਨਾ ਕੁ ਹੋ ਜਾਵੇਗਾ ਮਤਲਬ ਵਜ਼ਨ? 400 ਤੋਂ 600 ਮਣ ਹੋ ਜਾਂਦਾ ਹੈ। 600 ਮਣ ਕਿੱਲੇ ਚ ਨਿਕਲਿਆ ਸੀ ਦਾ। 400 ਤੋਂ ਘੱਟ 400 4 ਤੋਂ 100 ਤੋਂ ਲੈ ਤੇ 600 ਤੱਕ 600 ਮਤਲਬ 500 450 ਹੋ ਸਕਦਾ ਹੈ। ਹਾਂਜੀ ਤੇ ਉਹਨੂੰ ਫਿਰ ਆਪਾਂ 800 ਨਾਲ ਸਰਬ ਦਈਏ ਤਾਂ ਕਿੱਥੇ ਜਾ ਗੱਲ ਬਣੇਗੀ? ਪਰ ਲੋ ਮੁੜ ਸਾਰੇ ਖਰਚੇ ਪਾਤ। ਖਰਚੇ ਪਾ ਤੇ ਠੀਕ ਹੋ ਗਿਆ, ਲੇਕਿਨ ਇਹ ਅਸਲ ਪੈਸਾ ਜਿਹੜਾ ਹੈ ਨਾ ਹਾਂਜੀ। ਇਹ ਸਨਅਤਕਾਰ ਹੋ ਗਿਆ ਜਾਂ ਜਿਹੜੇ ਤਾਜਰ ਹੈਗੇ ਨੇ ਉਹ ਹੀ ਕਮਾਉਂਦੇ ਪਏ ਨੇ। ਆਪਾਂ ਦਾ ਮਤਲਬ ਹੈ ਨਾ ਬਸ ਇਹ ਚੀਜ਼ ਤਿਆਰ ਕਰਕੇ ਦੇ ਦਿੰਦੇ ਆ ਤੇ ਫਿਰ ਅੱਲਾ ਵਾਰਸ ਹੈ। ਸਾਰਾ ਹੈ ਉਹ ਆਪਣੇ ਖਾਤੇ ਹੀ ਪੈਂਦਾ ਆਪਣੇ ਖਾਤੇ ਹੀ ਪੈਂਦਾ ਪਿਆ। ਠੀਕ ਹੋ ਗਿਆ ਸਫਰ ਖਾਨ ਤੇ ਹੁਣ ਇੱਥੋਂ ਆਪਾਂ ਓਵਰਆਲ ਹਿਸਾਬ ਲਈਏ ਵੀ ਓਵਰਆਲ ਆਪਾਂ ਹਿਸਾਬ ਆਦਾ ਲਈਏ ਇੱਕ ਝਟਕਾ ਹੀ ਲਈਏ ਵੀ ਲੱਖ ਰੁਪਇਆ ਤਾਂ ਠੇਕਾ ਹੈ ਕਿੱਲੇ ਦਾ। ਹਾਂਜੀ, ਵੀ 3 ਫਸਲਾਂ ਨੂੰ 3 ਤੋਂ ਘਾਟਾ ਜਿਹੜੀ ਆ ਹੁਣ ਸਾਲ ਚੱਲਦਾ ਪਿਆ ਇਹਦੇ 'ਚ ਕਿਸੇ ਕੋਲ ਵੀ ਨਹੀਂ, ਸਹੀ ਉੱਤੇ ਹੀ ਐਨ ਹਾਂਜੀ। ਜਿੰਨਾ ਛੱਡੇ ਵੀ ਐਨ ਉਹ 3.5 ਤੋਂ ਨਾ 50 ਛੱਡਾ ਹੈ ਜਾਂ 30 ਛੱਡਾ ਹੈ ਜਾਂ 40 ਛੱਡਾ ਹੈ। ਹਾਂ ਸਹੀ ਹੈ। ਤੇ ਲੱਖ ਰੁਪਇਆ ਠੇਕਾ ਹੀ ਹੈ ਤੇ ਇਹ ਐਵੇਂ ਆਪਣਾ ਤਾਂ ਐਵੇਂ ਮੂੰਹ ਲਬੇੜਨ ਵਾਲੀ ਗੱਲ ਹੈ। ਗੱਲ ਤੇ ਸਹੀ ਹੈ। ਉਤਲੇ 60 ਤੁਸੀਂ ਕਰ ਲਓ ਵੀ ਖਰਚਾ ਵੀ ਮਕਈ ਦਾ ਹਾਂਜੀ, ਤੇ ਆਦਾ ਵਕਤ ਵੈਲ ਵੀ। ਤੇ ਇਹ ਹੁਣ ਆਪਾਂ ਰਸਤਾ ਇਹਨਾਂ ਨੂੰ ਆਪਾਂ ਬਣਾ ਕੇ ਦੇ ਰਹੇ ਹਾਂ, ਖੁਦ ਬਣਾਦੇ ਪਏ ਨੇ? ਨਹੀਂ ਖੁਦ ਬਣਾ ਖੁਦ ਬਣਾਦੇ ਪਏ ਨੇ। ਆਕਾ ਵੀ ਮੈਂ ਜਿਹੜਾ ਤਾਵਣ ਹੋਇਆ ਆਪਾਂ ਕਰਸਾਂ ਠੀਕ ਹੋ ਗਿਆ। ਕਿਰਾਇਆ ਵਗੈਰਾ ਆਪਾਂ ਆਦਾ ਦਿੱਤਾ ਹੈ? ਚਾ ਉਹਨਾਂ ਕੋਲ ਮਤਲਬ ਇੱਕ ਟਰੈਕਟਰ ਓਵਰ ਹੈ, ਓਵਰ ਹੈ। ਆ ਟਰਾਲਾ ਟਰੈਕਟਰ ਵੀ ਅੱਧਾ ਬਰਸਨ ਉੱਥੋਂ ਠੀਕ ਹੈ। ਮੱਕੀ ਦੇ ਵਿੱਚੋਂ ਬਾਕੀ ਉਹਨੂੰ ਫੁੱਲ ਕਰ ਲੈ ਸੰਪਤੀ ਦੇ ਉੱਤੇ ਤੇ ਇਸ ਟਰਾਲੇ ਦੂਜੇ ਨਾਲ ਗਾੜ ਸਹੀ ਹੋ। ਚਲੋ ਬਹੁਤ ਮਿਹਰਬਾਨੀ ਜੀ। ਤਾਂ ਉਹ ਦੋਸਤੋ ਤੁਹਾਨੂੰ ਵਿਖਾਈਏ ਜਨਾਬ ਜ਼ਫਰ ਖਾਨ ਦੀ ਮਕਈ ਤੇ ਰਸਤਾ ਤਕਰੀਬਨ ਬਣਾਉਣ ਵਾਲੇ ਨੂੰ ਤੇ ਬਲਕਿ ਬਣ ਚੁੱਕਿਆ ਹੈ ਤੇ ਟਰੈਕਟਰ ਲੱਗਿਆ ਖੜਾ ਜਨਾਬ MF 385 ਤੇ ਲੇਬਰ ਚੈੱਕ ਕਰ ਲਓ ਜਨਾਬ। ਰਾਤ ਦੇ ਤਕਰੀਬਨ 2-3 ਵਜੇ ਆਉਂਦੀ ਹੈ ਤੇ ਇੱਕ ਦਿਨ ਦਾ ਆਈ ਹੈ ਪਿਛਲੇ ਦਿਨਾਂ ਵਿੱਚ ਤੇ ਹਕਾਰ ਪੈ ਗਿਆ ਜਨਾਬ। ਆਪਾਂ ਉੱਠੇ ਆ ਜਦੋਂ ਫਜਰ ਟਾਈਮ ਨਮਾਜ਼ ਪੜ੍ਹਨ ਜਾਣਾ ਸੀ ਮਸਜਿਦ ਤੇ ਆਵਾਜ਼ਾਂ ਆ ਰਹੀਆਂ ਸਨ। ਮੈਂ ਸਮਝਿਆ ਵੀ ਸ਼ਾਇਦ ਲੱਗਦਾ ਕਿ ਕੋਈ ਚੋਰੀ ਹੋ ਗਈ ਕਿਸੇ ਦੀ, ਜਿਹੜਾ ਇਹਨਾਂ ਫਕਾਰ ਪਿਆ ਖੜਾ। ਤੇ ਜਿਸੇ ਮਸਜਿਦ 'ਚ ਵਾਪਸ ਆਇਆ ਤਾਂ ਪਤਾ ਚੱਲਿਆ ਵੀ ਇੱਥੇ ਮਕਈ ਦਾ ਸੌਦਾ ਹੋਇਆ ਹੈ ਤੇ ਲੇਬਰ ਹੈਗੀ ਸੀ ਜਨਾਬ ਉਹ ਫਕਾਰ ਪਾਈ ਖੜੀ ਸੀ। ਤੇ ਮੇਰਾ ਖਿਆਲ ਹੈ ਬਹੁਤ ਮਿਹਨਤ ਤਲਬ ਹੈਗਾ ਰਾਤ ਦੇ 2 ਵਜੇ ਆਉਣਾ ਤੇ ਫਿਰ ਜਨਾਬ ਮਿਹਨਤ ਕਰਨੀ ਤੇ ਕਿਸੇ ਦਾ ਕੰਮ ਹੈ ਜਨਾਬ। ਰਾਤੀ 2 ਵਜੇ ਉੱਠ ਕੇ ਫੀਲਡ 'ਚ ਆਉਣਾ ਤੇ ਇੱਥੇ ਆ ਕੇ ਮਕਈ ਜਿਹੜੀ ਹੈ ਨਾ ਵੱਢਣੀ, ਫਿਰ ਲੋਡ ਕਰਨੀ। ਤੇ ਆਓ ਇਹਨਾਂ ਦੇ ਕਿਸੇ ਨੁਮਾਇੰਦੇ ਨਾਲ ਗੱਲ ਕਰਨੀ ਹੈ। अस्सलाम वालेकुम जी, की हाल चाल? की ना अपना? इकराम भाई, रात किन्ने बजे तुसी आंदे जे फील्ड च? ਅਸੀਂ 3 ਵਜੇ 3 ਵਜੇ ਆਉਂਦੇ ਨੇ ਤੇ ਸਵੇਰ ਕਿੰਨੇ ਵਜੇ ਟਰਾਲਾ ਭਰ ਕੇ ਜਾਂਦੇ ਰਹਿੰਦੇ ਨੇ? 10 ਵਜੇ 11 ਵਜੇ ਕਿੰਨੇ ਬੰਦਿਆਂ ਦੀ ਟੀਮ ਹੈ 20 ਦੀ ਤੇ ਖਾਣਾ ਸ਼ਾਣਾ ਕੌਣ ਖਵਾਉਂਦਾ? ਖਾਣਾ ਸ਼ਾਣਾ ਦੀ ਮਾਲਕ ਦੇ ਨੇ। ਮਾਲਕ ਜਿਨ੍ਹਾਂ ਦੇ ਇਹ ਟਰਾਲੇ ਹੈਗੇ ਨੇ ਹਾਂਜੀ ਤੇ ਲੇਬਰ ਜਿਹੜੀ ਹੈ ਆਪਣੇ ਇਲਾਕੇ ਦੀ ਹੈ, ਹਾਂਜੀ ਗਾਜੀਪੁਰ ਹੈ। ਤੁਸੀਂ ਵੀ ਇੱਥੋਂ ਦੇ ਨੇ? ਤੇ ਕੀ ਹਿਸਾਬ ਕਿਤਾਬ ਹੈ? ਦਿਹਾੜੀ ਹੈ ਠੇਕਾ ਤੁਹਾਡਾ? ਦਿਹਾੜੀ ਹੈ ਜੀ, ਕਿੰਨੀ ਦਿਹਾੜੀ ਦਿੰਦੇ ਨੇ? 1700 ਰੁਪਏ। 1700 ਰੁਪਈਆ। ਹਾਂਜੀ ਠੀਕ ਹੋ ਗਿਆ ਜੀ, ਮਿਹਰਬਾਨੀ ਜੀ। ਤੇ ਇਹ ਹੁਣ ਰਸਤਾ ਇੱਥੋਂ ਚੜ੍ਹਨਾ ਹੈ? ਹਾਂਜੀ ਚੜ੍ਹ ਜਾਸੀ ਹਾਂਜੀ 2 ਟਰੈਕਟਰ ਜੋ ਸੋ ਦੇ। ਠੀਕ ਹੋ ਗਿਆ। ਤੇ ਜ਼ਫਰ ਖਾਂ ਇਹ ਮੈਨੂੰ ਦੱਸੋ ਵੀ ਛਲੀਆਂ ਸਮੇਤ ਲੈ ਜਾਂਦੇ ਨੇ ਤੇ ਇੱਥੋਂ ਉਤਾਰਦੇ ਨਹੀਂ? ਪਹਿਲੇ ਤੇ ਉਤਾਰਦੇ ਹੁੰਦੇ ਸਨ। ਨਹੀਂ ਇਹ ਦੋ ਤਰ੍ਹਾਂ ਦੇ ਨੇ, ਅਕਲ ਜਾਂਦੇ ਨੇ ਉਹਨਾਂ ਨੂੰ ਸੱਦਣ ਗੁੱਲੀ ਵਾਲੇ ਦੀ ਛੱਲੀ ਵੱਖਰੀ ਅੱਛਾ ਤੇ ਪੱਠੇ ਵੱਖਰੇ। ਅੱਛਾ ਇੱਕ ਹੁੰਦੇ ਨੇ ਸੈਲਜ ਵਾਲੇ। ਅੱਛਾ ਸੈਲਜ, ਇਹ ਸੈਲਜ ਵਾਲੇ ਨੂੰ? ਇਹ ਸੈਲਜ ਵਾਲੇ। ਸੈਲਜ ਵਾਲੇ ਨੂੰ ਇਕਰਾਮ ਭਾਈ ਕਹਿ ਰਿਹਾ ਵੀ ਇਹ ਸੈਲਜ ਵਾਲੇ ਨੇ। ਤਾਂ ਉਹ ਹੁਣ ਤੁਹਾਨੂੰ ਚੱਲਣੇ ਜਨਾਬ ਇਹਨਾਂ ਦੀ ਲੋਡਿੰਗ ਵਿਖਾਈਏ। ਇਹ ਅੰਨੀ ਮਿੱਟੀ ਚਾਹੀਦੀ ਸਾਰੇ ਦੋਸਤ ਜਨਾਬ ਮਾਸ਼ਾਅੱਲਾ ਲੱਗੇ ਖੜੇ ਨੇ ਜਨਾਬ ਕਟਾਈਆਂ ਨੂੰ। ਕੋਈ ਬੰਨੀ ਆਉਂਦਾ ਹੈ ਤੇ ਕੋਈ ਚੁੱਕੀ ਆਉਂਦਾ ਹੈ।